इस बुलेटिन में तुहाडा स्वागत है। मैं हाँ जसप्रीत सिंह। पहला पेश ने चोणवीआं खबरां। प्रधानमंत्री नरेंद्र मोदी भलके कोविड-19 फ्रंटलाइन वर्करां लई कस्टमाइज्ड क्रैश कोर्स प्रोग्राम लांच करनगे। ਵਿੱਤੀ ਸਾਲ 2021-22 ਲਈ ਸਿੱਧੇ ਟੈਕਸਾਂ ਦੀ ਨੈਟ ਕਲੈਕਸ਼ਨ ਵਿੱਚ 100% ਤੋਂ ਜ਼ਿਆਦਾ ਵਾਧਾ। ਟੈਲੀਕਾਮ ਰੈਗੂਲੇਟਰੀ ਅਥਾਰਟੀ ਨੇ ਲੋਕਾਂ ਦੀ ਸਹੂਲਤ ਲਈ ਟੀਵੀ ਚੈਨਲ ਸਿਲੈਕਟਰ ਪੋਰਟਲ ਲਾਂਚ ਕੀਤਾ। ਕੇਂਦਰ ਨੇ ਬਜ਼ੁਰਗਾਂ ਅਤੇ ਦਿਵਿਆਂਗ ਲੋਕਾਂ ਨੂੰ ਕੋਵਿਡ ਟੀਕਾ ਲਗਾਉਣ ਲਈ ਘਰਾਂ ਨੇੜੇ ਹੀ ਟੀਕਾਕਰਨ ਕੇਂਦਰ ਸਥਾਪਿਤ ਕਰਨ ਦੀ ਇਜਾਜ਼ਤ ਦਿੱਤੀ। ਅੰਤਰਰਾਸ਼ਟਰੀ ਯੋਗ ਦਿਹਾੜਾ ਆਉਂਦੇ ਸੋਮਵਾਰ ਨੂੰ ਮਨਾਇਆ ਜਾਵੇਗਾ। ਇਸ ਸਾਲ ਦਾ ਵਿਸ਼ਾ ਤੰਦਰੁਸਤੀ ਲਈ ਯੋਗ ਹੈ, ਜੋ ਕੋਵਿਡ ਮਹਾਮਾਰੀ ਦੌਰਾਨ ਸਭ ਤੋਂ ਵੱਧ ਢੁਕਵਾਂ ਵਿਸ਼ਾ ਹੈ। ਪੰਜਾਬ ਸਰਕਾਰ ਵੱਲੋਂ ਸਮਾਜ ਦੇ ਸਾਰੇ ਹੀ ਵਰਗਾਂ ਦੇ ਨਾਗਰਿਕਾਂ ਨੂੰ ਕੋਵਿਡ ਟੀਕਾਕਰਨ ਮੁਹਿੰਮ ਅਧੀਨ ਲਿਆਉਣ ਦਾ ਫੈਸਲਾ। ਦਿੱਲੀ ਦੇ ਏਮਜ਼ ਵਿੱਚ ਕੱਲ ਦੇਰ ਰਾਤ ਅੱਗ ਲੱਗੀ। 2 ਘੰਟੇ ਦੀ ਜੱਦੋ-ਜਹਿਦ ਮਗਰੋਂ ਅੱਗ ਬੁਝਾਊ ਗੱਡੀਆਂ ਨੇ ਅੱਗ ਤੇ ਪਾਇਆ ਕਾਬੂ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਕੋਵਿਡ-19 ਫਰੰਟਲਾਈਨ ਵਰਕਰਾਂ ਲਈ ਕਸਟਮਾਈਜ਼ਡ ਕ੍ਰੈਸ਼ ਕੋਰਸ ਪ੍ਰੋਗਰਾਮ ਸ਼ੁਰੂ ਕਰਨਗੇ। ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇਸ਼ ਦੇ 26 ਸੂਬਿਆਂ ਵਿੱਚ 111 ਸਿਖਲਾਈ ਕੇਂਦਰਾਂ ਵਿੱਚ ਹੋਵੇਗੀ। ਇਸ ਪ੍ਰੋਗਰਾਮ ਦਾ ਉਦੇਸ਼ ਦੇਸ਼ ਭਰ ਵਿੱਚ 1 ਲੱਖ ਤੋਂ ਵੱਧ ਕੋਵਿਡ ਯੋਧਿਆਂ ਨੂੰ ਹੁਨਰ ਅਤੇ ਸਿਖਲਾਈ ਪ੍ਰਦਾਨ ਕਰਨਾ ਹੈ। ਕੋਵਿਡ ਯੋਧਿਆਂ ਨੂੰ ਇਹ ਸਿਖਲਾਈ 6 ਪਸੰਦੀਦਾ ਨੌਕਰੀਆਂ ਦੀ ਭੂਮਿਕਾ ਲਈ ਦਿੱਤੀ ਜਾਵੇਗੀ, ਜਿਨ੍ਹਾਂ ਵਿੱਚ ਘਰੇਲੂ ਦੇਖਭਾਲ ਸਹਾਇਤਾ, ਬੁਨਿਆਦੀ ਦੇਖਭਾਲ ਸਹਾਇਤਾ, ਐਡਵਾਂਸ ਦੇਖਭਾਲ ਸਹਾਇਤਾ, ਆਫਤ ਦੇਖਭਾਲ ਸਹਾਇਤਾ, ਨਮੂਨੇ ਇਕੱਠੇ ਕਰਨ ਵਿੱਚ ਸਹਾਇਤਾ ਅਤੇ ਡਾਕਟਰੀ ਉਪਕਰਨ ਸਹਾਇਤਾ ਦੀਆਂ ਨੌਕਰੀਆਂ ਸ਼ਾਮਲ ਨੇ। ਇਹ ਪ੍ਰੋਗਰਾਮ ਪ੍ਰਧਾਨ ਮੰਤਰੀ ਹੁਨਰ ਵਿਕਾਸ ਯੋਜਨਾ 3 ਦੇ ਕੇਂਦਰੀ ਹਿੱਸੇ ਤਹਿਤ ਇੱਕ ਵਿਸ਼ੇਸ਼ ਪ੍ਰੋਗਰਾਮ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਹੈ, ਜਿਸ ਤੇ ਕੁੱਲ 276 ਕਰੋੜ ਰੁਪਏ ਖਰਚ ਆਉਣ ਦੀ ਉਮੀਦ ਹੈ। ਇਹ ਪ੍ਰੋਗਰਾਮ ਸਿਹਤ ਦੇ ਖੇਤਰ ਵਿੱਚ ਮਨੁੱਖੀ ਸ਼ਕਤੀ ਦੀ ਮੌਜੂਦਾ ਅਤੇ ਭਵਿੱਖ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹੁਨਰਮੰਦ ਗੈਰ ਮੈਡੀਕਲ ਸਿਹਤ ਸੰਭਾਲ ਕਰਮਚਾਰੀਆਂ ਨੂੰ ਤਿਆਰ ਕਰੇਗਾ। ਕੋਵਿਡ-19 ਮਹਾਮਾਰੀ ਕਾਰਨ ਆਈ ਰੁਕਾਵਟ ਦੇ ਬਾਵਜੂਦ ਇਸ ਵਿੱਤੀ ਸਾਲ 2021-22 ਵਿੱਚ ਸਿੱਧੇ ਟੈਕਸਾਂ ਦੀ ਕਲੈਕਸ਼ਨ ਵਿੱਚ 100% ਤੋਂ ਜ਼ਿਆਦਾ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਸਾਲ 15 ਜੂਨ ਤੱਕ ਸਿੱਧੇ ਟੈਕਸਾਂ ਦੀ ਕਲੈਕਸ਼ਨ ਦੇ ਅੰਕੜਿਆਂ ਅਨੁਸਾਰ ਨੈਟ ਕਲੈਕਸ਼ਨ 1,85,871 ਕਰੋੜ ਰੁਪਏ ਹੋਈ ਹੈ, ਜੋ ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ ਹੋਈ 92,762 ਕਰੋੜ ਰੁਪਏ ਦੀ ਸਿੱਧੀ ਟੈਕਸ ਕਲੈਕਸ਼ਨ ਦੇ ਮੁਕਾਬਲੇ 100.4% ਦਾ ਸ਼ਾਨਦਾਰ ਵਾਧਾ ਦਰਸਾਉਂਦੀ ਹੈ। ਵਿੱਤ ਮੰਤਰਾਲਾ ਨੇ ਕਿਹਾ ਹੈ ਕਿ 2021-22 ਦੇ ਇਸ ਵਿੱਤੀ ਸਾਲ ਲਈ ਸਿੱਧੇ ਟੈਕਸਾਂ ਦੀ ਕੁੱਲ ਕਲੈਕਸ਼ਨ 2,16,602 ਕਰੋੜ ਰੁਪਏ ਹੈ, ਜੋ ਪਿਛਲੇ ਸਾਲ ਇਸੇ ਅਰਸੇ ਦੌਰਾਨ 1,37,825 ਕਰੋੜ ਰੁਪਏ ਸੀ। ਮੰਤਰਾਲਾ ਨੇ ਕਿਹਾ ਕਿ ਇਸ ਵਿੱਤੀ ਸਾਲ ਲਈ ਐਡਵਾਂਸ ਟੈਕਸ ਕਲੈਕਸ਼ਨ ਵੀ 28,780 ਕਰੋੜ ਰੁਪਏ ਹੈ, ਜੋ ਪਿਛਲੇ ਇਸੇ ਅਰਸੇ ਦੌਰਾਨ ਹੋਈ ਕਲੈਕਸ਼ਨ ਤੋਂ ਤਕਰੀਬਨ 146% ਵੱਧ ਹੈ। ਮੰਤਰਾਲਾ ਨੇ ਕਿਹਾ ਹੈ ਕਿ ਇਸ ਵਿੱਤੀ ਸਾਲ ਦੌਰਾਨ ਹੁਣ ਤੱਕ 30,731 ਕਰੋੜ ਰੁਪਏ ਦੀ ਰਕਮ ਰਿਫੰਡ ਕੀਤੀ ਗਈ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਨੇ ਟੀਵੀ ਚੈਨਲ ਸਿਲੈਕਟਰ ਪੋਰਟਲ ਲਾਂਚ ਕੀਤਾ ਹੈ। ਇਹ ਪੋਰਟਲ ਉਹਨਾਂ ਗਾਹਕਾਂ ਦੀ ਸਹਾਇਤਾ ਕਰੇਗਾ ਜਿਨ੍ਹਾਂ ਕੋਲ ਆਪਣੇ ਮੋਬਾਈਲ ਫੋਨ ਨਹੀਂ ਨੇ, ਪਰ ਉਹ ਟੀਵੀ ਚੈਨਲਾਂ ਦੀ ਚੋਣ ਲਈ ਵੈਬ ਬਰਾਊਜ਼ਰ ਇਸਤੇਮਾਲ ਕਰਨ ਦੇ ਇੱਛੁਕ ਨੇ। ਇਸ ਪੋਰਟਲ ਨਾਲ ਗਾਹਕ DTH ਅਤੇ ਕੇਬਲ ਆਪਰੇਟਰ ਵੱਲੋਂ ਉਪਲਬਧ ਕਰਵਾਏ ਗਏ ਸਾਰੇ ਚੈਨਲ ਦੇਖ ਸਕਣਗੇ ਅਤੇ ਉਹਨਾਂ ਚੈਨਲਾਂ ਨੂੰ ਹਟਾ ਸਕਣਗੇ ਜਿਨ੍ਹਾਂ ਨੂੰ ਉਹ ਦੇਖਣਾ ਨਹੀਂ ਚਾਹੁੰਦੇ ਹੋਣਗੇ। ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਰਤਨ ਲਾਲ ਕਟਾਰੀਆ ਨੇ ਕਿਹਾ ਹੈ ਕਿ ਸਰਕਾਰ ਨੇ ਬਜ਼ੁਰਗਾਂ ਅਤੇ ਦਿਵਿਆਂਗ ਲੋਕਾਂ ਦੇ ਟੀਕਾਕਰਨ ਲਈ ਘਰਾਂ ਦੇ ਨੇੜੇ ਹੀ ਟੀਕਾਕਰਨ ਕੇਂਦਰ ਸਥਾਪਿਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਕੱਲ੍ਹ ਨਵੀਂ ਦਿੱਲੀ ਵਿੱਚ ਇੱਕ ਪ੍ਰੋਗਰਾਮ ਦੌਰਾਨ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਹ ਕਦਮ ਬਜ਼ੁਰਗ ਨਾਗਰਿਕਾਂ ਅਤੇ ਦਿਵਿਆਂਗ ਲੋਕਾਂ ਨੂੰ ਟੀਕਾਕਰਨ ਦੀ ਸਹੂਲਤ ਉਪਲਬਧ ਕਰਾਉਣ ਲਈ ਉਠਾਇਆ ਗਿਆ ਹੈ। ਉਹਨਾਂ ਕਿਹਾ ਕਿ ਸਰਕਾਰ ਦਾ ਇਰਾਦਾ ਹੈ ਕਿ ਬਜ਼ੁਰਗ ਨਾਗਰਿਕਾਂ ਦੀ ਆਬਾਦੀ ਨੂੰ ਛੇਤੀ ਤੋਂ ਛੇਤੀ ਟੀਕਾ ਲਗਾ ਕੇ ਉਸ ਨੂੰ ਕੋਵਿਡ ਮਹਾਮਾਰੀ
महामारी तो सुरक्षित किया जाए। उन्होंने कहा कि बजुर्ग आबादी के ज़्यादातर के हिस्से नूं टीके की पहली खुराक दी जा चुकी है और उन्होंने अपने आप नूं कोविड-19 तो सुरक्षित कर लिया है। अंतरराष्ट्रीय योग दिहाड़ा अगले हफ्ते सोमवार को मनाया जा रहा है। इस दिहाड़े का इस वरे का विषय तंदुरुस्ती लई योग है, जो कोविड-19 महामारी के मौजूदा प्रभाव तो मुक्त होने लई सब तो वध ढुकमा विषय है। अंतरराष्ट्रीय योग दिहाड़ा हर साल 21 जून को सरीरक, मानसिक और अध्यात्मिक विकास विच वाधे लई मनाया जाता है, तां जो लोगों की सेहतमंद जीवन शैली और तंदुरुस्ती विच वाधा हो सके। ये दिन योगा के कई होर तरह के लाभां बारे भी लोगों को जागरूक करता है और योगा का वक्खो वक्खरे ढंगां नाल अभ्यास किया जाता है। संयुक्त राष्ट्र ने योगा के अभ्यास को सरीरक और मानसिक सेहत दोवां लई ही उत्साहजनक करार दिता है। संयुक्त राष्ट्र ने कहा है कि योगा कोविड-19 के मरीजों की मानसिक और समाजिक देखभाल के नाल मुड़ वसेबे विच भी महत्वपूर्ण भूमिका निभा रहा है और लोगों के दिलों विचों महामारी प्रति डर और चिंता को दूर करने विच मददगार साबित हो रहा है। पंजाब सरकार वालों बीते दिन ऐलानिया गई पाबंदियों विच छोटां अज तो लागू हो रही ने। मुख मंत्री कैप्टन अमरिंदर सिंह ने सूबे विच कोविड पॉजिटिविटी दर 2% तक डिगण के मद्देनज़र छोटां का ऐलान किया। इन्हां छोटां तहत होटलों समेत सारे रेस्टोरेंट, कैफे, कॉफी शॉप, फास्ट फूड आउटलैट और ढाबे, जिम और सिनेमा 50% समर्था नाल खोले जा सकणगे। विआह और संस्कार समेत इकट्ठां उत्ते व्यक्तियों की गिणती 20 तो 50 तक वधाई गई है। नवीं हदायतां 25 जून तक लागू रहणगियां और उस तो बाद दोबारा समीक्षा की जाएगी। सूबे भर विच रात का करफ्यू रात 8 बजे तो सवेर के 5 बजे तक और वीकेंड करफ्यू शनिवार नूं रात 8 बजे तो सोमवार सवेरे 5 बजे तक लागू रहेगा, जबकि छूट वालियां गतिविधियां समेत जरूरी वस्तां दीयां गतिविधियां नूं करफ्यू बंदिशां तो छूट रहेगी। बार, पब ते अहाते हाले बंद रहणगे। सारियां विद्यक संस्थावां जिवें कि स्कूल, कॉलेज भी हाले बंद ही रहणगे। जिला अथार्टियां नूं स्थानक स्थितियां नूं ध्यान विच रखदियां होइयां गैर जरूरी वस्तां दीयां दुकानां ऐतवार समेत खोलण बारे समा निर्धारित करन लई आख्या गया है, जदों कि यह यकीनी बनाया जाए कि भीड़ इकट्ठी ना होवे। पंजाब सरकार ने समाज दीयां सारियां ही श्रेणियां दे नागरिकां नूं कोविड टीकाकरण मुहिम अधीन कवर करन दा फैसला कीता है। सूबे दे सेहत ते परिवार भलाई मंत्री बलवीर सिंह सिद्धू ने चंडीगढ़ विच दस्सिया कि इन्हां श्रेणियां विच सेहत संभाल कर्मचारी, फ्रंटलाइन वर्कर, बजुर्ग नागरिक, विद्यार्थी, विदेश यात्री, रजिस्टर्ड और अन रजिस्टर्ड मजदूर शामिल ने। उन्होंने कहा कि सरकार कोल लोकां नूं टीका लगाउण लई केंद्र सरकार तो कोवैक्सीन और कोविशील्ड टीके दीयां 5,98,060 खुराकां प्राप्त होईयां ने, जबकि सरकार ने कोवैक्सीन दीयां तकरीबन 1,50,850 खुराकां खरीदियां ने। उन्होंने कहा कि केंद्र वालों प्राप्त किए टीके दीयां खुराकां विच 4,90,041 और सूबे वालों खरीदियां गईयां खुराकां विचों 66,032 खुराकां लाभपात्रियों नूं दित्तियां जा चुकियां ने। उन्होंने दस्सिया कि पंजाब सरकार ने 13 जून तक कोविशील्ड दीयां 5,86,000 खुराकां हासिल कीतियां सन, जिन्हां विचों 5,30,000 खुराकां लाभपात्रियों नूं दित्तियां जा चुकियां ने। उन्होंने कहा कि सेहत संभाल कर्मचारियों, फ्रंटलाइन वर्करां, 18 तो 45 और इस तो उपर दे लोकां दीयां तकरीबन सारियां ही श्रेणियां नूं हुण तक कोविड टीके दीयां 58,15,000 तो वध खुराकां दित्तियां जा चुकियां ने अते हुण टीकाकरण दी मुहिम नूं समाज दीयां सारियां ही श्रेणियां तक वधा दिता गया है। दिल्ली के इंडियन इंस्टीट्यूट ऑफ मैडिकल साइंसिस एम्स विच कल रात नूं लगी अग ते काबू पा लिया गया है। ये अग एम्स के कन्वर्जन ब्लॉक की 9वीं मंजिल विच लगी सी, जिथे मरीजों नूं भर्ती नहीं किया जाता है। अग ते काबू पाउण लई फायर ब्रिगेड दीयां 2 दर्जन तो वध गड्डियां नूं लगाया गया सी। दिल्ली अग बुझाऊ सेवा के डायरैक्टर अतुल गर्ग ने दस्सिया कि कल देर रात तकरीबन 10:30 बजे एम्स विच अग लगण बारे सूचना मिलण तो बाद 20 तो वध अग बुझाऊ गड्डियां मौके ते भेजियां गईयां सन। दस्सिया जाता है कि जिस ब्लॉक विच अग लगी है उस नूं कोविड के नमूनिਆਂ की जांच लई इस्तेमाल किया जाता है। दक्षिण पश्चिमी मानसून ने गंगा खेतर, पश्चिमी बंगाल, झारखंड, बिहार और पूर्वी मध्य प्रदेश में जोर फड़ना शुरू कर दिता है। ये पश्चिमी उत्तर प्रदेश, उत्तराखंड, हिमाचल प्रदेश, कोंकण, गोवा और अंदरूनी करनाटक में सरगर्म रहा, जदों कि यह तटवर्ती आंध्र प्रदेश में कमजोर रहा सी। भारतीय मौसम विभाग अनुसार राजस्थान, गुजरात, पंजाब, हरियाणा और दिल्ली के बाकी हिस्सों में मानसून के होर अगे वधण लई हालात ढुकमे नहीं ने। अगले 5 दिनों दौरान ये उत्तर प्रदेश के कई होर खेत्रों में कमजोर पै
ਸਕਦਾ ਹੈ, ਜਦਕਿ ਪੂਰਬੀ ਉੱਤਰ ਪ੍ਰਦੇਸ਼ ਵਿੱਚ ਮੌਜੂਦਾ ਚੱਕਰਵਾਤੀ ਗੇੜ ਨਾਲ ਇਹ ਹੇਠਲੇ ਪੱਧਰਾਂ ਤੇ ਆ ਸਕਦਾ ਹੈ। ਇਸੇ ਦੌਰਾਨ ਬਿਹਾਰ ਵਿੱਚ ਮੌਨਸੂਨ ਦੀ ਪਹਿਲੀ ਤੇਜ਼ ਬਾਰਿਸ਼ ਹੋਣ ਨਾਲ ਕਈ ਦਰਿਆਵਾਂ ਦੇ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਹੈ, ਜਿਸ ਨਾਲ ਹੜ੍ਹ ਆਉਣ ਦਾ ਖਤਰਾ ਪੈਦਾ ਹੋ ਗਿਆ ਹੈ। ਸੂਬਾ ਸਰਕਾਰ ਨੇ ਅਧਿਕਾਰੀਆਂ ਨੂੰ ਹੜ੍ਹ ਆਉਣ ਦੀ ਕਿਸੇ ਵੀ ਤਰ੍ਹਾਂ ਦੀ ਸੰਭਾਵਿਤ ਸਥਿਤੀ ਤੇ ਨਜ਼ਰ ਰੱਖਣ ਅਤੇ ਢੁਕਵੇਂ ਉਪਰਾਲੇ ਕਰਨ ਦੀ ਹਦਾਇਤ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ ਕੱਲ੍ਹ ਹਰਿਆਣਾ, ਚੰਡੀਗੜ੍ਹ, ਦਿੱਲੀ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਕਈ ਹਿੱਸਿਆਂ ਵਿੱਚ ਦਿਨ ਦਾ ਤਾਪਮਾਨ ਆਮ ਨਾਲੋਂ 5.1 ਡਿਗਰੀ ਸੈਲਸੀਅਸ ਜਾਂ ਇਸ ਤੋਂ ਘੱਟ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।